ਵਾਹਿਗੁਰੂ ਜੀਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਧੰਨ ਵਾਹਿਗੁਰੂ ਜੀਓ। ਬਿਲਾਵਲ ਨਿਤ ਉਠ ਕੋਰੀ ਗਾਗਰ ਆਨੈ, ਲੀਪਤ ਜੀਉ ਗਇਓ ਤਾਨਾ ਬਾਨਾ ਕਛੂ ਨ ਸੂਝੈ। ਹਰ ਹਰ ਰਸ ਲਪਟਿਓ, ਹਮਾਰੇ ਕੁਲ ਕਉਨੇ ਰਾਮ ਕਹਿਓ। ਜਬ ਕੀ ਮਾਲਾ ਲਈ ਨਿਪੁਤੇ, ਤਬ ਤੇ ਸੁਖ ਨਾ ਪਇਓ ਰਹਾਉ। ਸੁਨਹੁ ਜਿਠਾਨੀ ਸੁਨੋ ਦਿਰਾਨੀ, ਅਚਰਜ ਏਕ ਪਇਓ। ਸਾਤ ਸੂਤ ਇਨ ਮੁੰਡੀਏ ਖੋਏ, ਇਹੋ ਮੁੰਡੀਆ ਕਿਉ ਨਾ ਮੋਇਓ। ਸਰਬ ਸੁਖਾਂ ਕਾ ਏਕ ਹਰਿ ਸੁਆਮੀ, ਸੋ ਗੁਰ ਨਾਮ ਦਇਓ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਹਰ ਨਾਖਸ਼ ਨਾਖ ਬਿਦਰਿਓ। ਕਰ ਕੀ ਦੇਵ ਪਿਤਰ ਕੀ ਛੋਡੀ, ਗੁਰ ਕੋ ਸ਼ਬਦ ਲਇਓ। ਕਹਿਤ ਕਬੀਰ ਸਗਲ ਪਾਪ ਖੰਡਨ, ਸੰਤਾਂ ਲੈ ਉਧਰਿਓ। ਘਰ ਕੇ ਦੇਵ ਪਿਤਰ ਕੀ ਛੋਡੀ, ਗੁਰ ਕੋ ਸ਼ਬਦ ਲਇਓ।
ਕਹਿਤ ਕਬੀਰ ਸਗਲ ਪਾਪ ਖੰਡਨ, ਸੰਤਾਂ ਲੈ ਉਧਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੀ ਮੁਬਾਰਕ ਸੋਹਬਤ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਦਾ ਆਪ ਜੀ ਨੇ ਲਾਹਾ ਪ੍ਰਾਪਤ ਕੀਤਾ ਹੈ ਗੁਰੂ ਸਵਾਰਿਆਂ ਪਾਸੋਂ। ਸੋ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਬਾਣੀ ਨੂੰ ਲੜੀਵਾਰ ਵਿਚਾਰਨ ਦਾ ਆਪਾਂ ਇਹ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਸੋ ਆਪ ਜੀ ਨੇ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚੋਂ ਪਾਵਨ ਸ਼ਬਦ ਸਰਵਣ ਕੀਤਾ ਹੈ ਭਗਤ ਕਬੀਰ ਜੀ ਮਹਾਰਾਜ ਦਾ ਰਾਗ ਬਿਲਾਵਲ ਦੇ ਵਿੱਚੋਂ। ਇਸ ਪਾਵਨ ਸ਼ਬਦ ਦੇ ਅੰਦਰ ਇੱਕ ਵਾਰਤਾਲਾਪ ਹੈ। ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬਹੁਤ ਸਾਰੇ ਐਸੇ ਸ਼ਬਦ ਹਨ ਜਿਨ੍ਹਾਂ ਵਿੱਚ ਮਹਾਰਾਜ ਨੇ ਇੱਕ ਸੰਵਾਦਕ ਤਰੀਕਾ ਅਪਣਾਇਆ ਹੈ। ਜਾਨੀ ਜਿਵੇਂ ਇੱਕ ਪਰਸਨ ਦੂਜੇ ਪਰਸਨ ਨੂੰ ਕੋਈ ਗੱਲ ਕਹਿ ਰਿਹਾ, ਦੱਸ ਰਿਹਾ ਕਿਸੇ ਚੀਜ਼ ਬਾਰੇ। ਕਈ ਜਗ੍ਹਾ 'ਤੇ ਇਸ ਤਰ੍ਹਾਂ ਹੈ ਵੀ ਪਹਿਲੀ ਪੰਕਤੀ ਵਿੱਚ ਮਹਾਰਾਜ ਨੇ ਪ੍ਰਸ਼ਨ ਕੀਤਾ ਹੈ ਅਤੇ ਫਿਰ ਖੁਦ ਹੀ ਉਸ ਦਾ ਉੱਤਰ ਅਗਲੀ ਪੰਕਤੀ ਵਿੱਚ ਮਹਾਰਾਜ ਨੇ ਦਿੱਤਾ ਹੈ। ਜਦੋਂ ਸਾਨੂੰ ਇਸ ਵਿਧੀ ਮੁਤਾਬਕ ਮਹਾਰਾਜ ਦੀ ਬਾਣੀ ਪੜ੍ਹਨ ਦਾ ਅਵਸਰ ਮਿਲਦਾ ਹੈ ਤਾਂ ਸਤਿਗੁਰੂ ਦੀ ਬਾਣੀ ਨੂੰ ਪੜ੍ਹਨ ਦਾ ਹੋਰ ਆਨੰਦ ਵੱਧ ਜਾਂਦਾ ਹੈ, ਉਸ ਵਿੱਚ ਰੁਚੀ ਬਣ ਜਾਂਦੀ ਹੈ। ਜਿਵੇਂ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਾਂ, ਉਸ ਵਿੱਚ ਮਹਾਰਾਜ ਨੇ ਸਵਾਲ ਕੀਤਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਫਿਰ ਇਸ ਦਾ ਉੱਤਰ ਦਿੱਤਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਫਿਰ ਅੱਗੇ ਜਾ ਕੇ ਮਹਾਰਾਜ ਨੇ ਸਵਾਲ ਕੀਤਾ, ਫੇਰ ਕੀ ਅੱਗੇ ਰੱਖੀ ਹੈ, ਜਿਤ ਦਿਸੈ ਦਰਬਾਰ ਮੂੰਹੋਂ ਕਿ ਬੋਲਣ ਬੋਲੀ ਹੈ, ਜਿਤ ਸੁਣ ਧਰੇ ਪਿਆਰ। ਇਹਨਾਂ ਦੋ ਪੰਕਤੀਆਂ ਦਾ ਫਿਰ ਅੱਗੇ ਉੱਤਰ ਦਿੱਤਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ, ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ। ਸੋ ਮਹਾਰਾਜ ਨੇ ਕੁਝ ਸ਼ਬਦਾਂ ਦੇ ਵਿੱਚ ਜਿਵੇਂ ਇੱਕ ਸਖੀ ਦੂਜੀ ਸਖੀ ਨੂੰ ਕੁਝ ਕਹਿੰਦੀ ਹੈ, ਇੱਕ ਸਹੇਲੀ ਆਪਣੀ ਦੂਜੀ ਸਹੇਲੀ ਨੂੰ ਕੁਝ ਸਮਝਾਉਂਦੀ ਹੈ, ਇਸ ਵਿਧੀ ਦਾ ਵੀ ਮਹਾਰਾਜ ਨੇ ਵਰਤੋਂ ਕੀਤੀ ਹੈ। ਇੱਕ ਸਤ ਸੰਗੀ ਸਵਾਲ ਪੁੱਛਦਾ ਹੈ, ਦੂਜਾ ਸਤ ਸੰਗੀ ਉਹਦਾ ਜਵਾਬ ਦਿੰਦਾ ਹੈ। ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ। ਇਸ ਦਾ ਅਰਥ ਹੈ, ਹੇ ਮੇਰੀ ਸਤ ਸੰਗੀ ਸਹੇਲੀ ਸਖੀ, ਤੂੰ ਪਰਮੇਸ਼ਰ ਦਾ ਪ੍ਰੇਮ ਕਿਵੇਂ ਹਾਸਲ ਕੀਤਾ ਹੈ, ਮੈਨੂੰ ਇਸ ਦੀ ਮੱਤ ਦੇ, ਮੈਨੂੰ ਵੀ ਇਹ ਜੁਗਤ ਦੱਸ। ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ। ਸੁਹਬ ਸੁਹਬ ਸੁਹਵੀ, ਆਪਣੇ ਪ੍ਰੀਤਮ ਕਹਿ ਰੰਗ ਰਤੀ। ਜਹਾਂ ਪਠਾਵੋਂ ਜਾਉ ਤਤੀਰੀ, ਇੱਕ ਨਿਮਖ ਮਿਲਾਵੋ ਮੁਝੇ ਪ੍ਰਾਨ ਪਤੀਰੀ। ਫਿਰ ਉਹ ਜਵਾਬ ਦਿੰਦੀ ਹੈ ਜਿਸ ਨੂੰ ਸਵਾਲ ਕੀਤਾ ਜਾ ਰਿਹਾ।
ਉਹਨੇ ਜੁਗਤ ਦੱਸੀ ਵੀ ਕਿਵੇਂ ਪਰਮੇਸ਼ਰ ਦਾ ਪ੍ਰੇਮ ਹਾਸਲ ਕੀਤਾ ਹੈ। ਉਸ ਗੁਰਮੁਖ ਸਤੀ ਸਖੀ ਨੇ, ਗੁਰਮੁਖ ਸਤ ਸੰਗੀ ਨੇ ਉੱਤਰ ਦਿੱਤਾ, ਮਾਣ ਤਾਣ ਅਹੰ ਬੁੱਧ ਹਤੀਰੀ ਸਾ ਨਾਨਕ ਸੁਹਾਗ ਵਤੀਰੀ। ਜਿਸ ਨੇ ਆਪਣੇ ਅੰਦਰੋਂ ਮਾਣ ਛੱਡ ਦਿੱਤਾ ਹੈ, ਆਪਣੀ ਤਾਕਤ ਦਾ, ਆਪਣੇ ਰੁਤਬੇ ਦਾ ਗਰੂਰ ਤਿਆਗ ਦਿੱਤਾ ਹੈ, ਬੁੱਧੀ ਦਾ ਹੰਕਾਰ ਛੱਡ ਦਿੱਤਾ ਹੈ, ਸਾ ਨਾਨਕ ਸੁਹਾਗ ਵਤੀਰੀ, ਉਹ ਉਸ ਮਾਲਕ ਵਾਲੀ ਹੋ ਗਈ, ਪਰਮੇਸ਼ਰ ਦੇ ਨੇੜੇ ਹੋ ਗਈ। ਸੋ ਇਸੇ ਤਰ੍ਹਾਂ ਕੁਝ ਸੰਵਾਦ ਨੇ, ਜਿਵੇਂ ਅਸੀਂ ਬਾਹਰ ਪਰਿਵਾਰ ਵਿੱਚ ਕੋਈ ਸੰਵਾਦ ਚੱਲਦਾ ਹੈ, ਇਸ ਤਰ੍ਹਾਂ ਮਹਾਰਾਜ ਨੇ ਜੀ ਅੰਦਰ ਦੇ ਸੰਵਾਦ ਕੀਤੇ ਨੇ। ਇੱਕ ਹੋਰ ਉਦਾਹਰਣ ਸਾਂਝੀ ਕਰਦਾ ਤਾਂ ਕਿ ਸ਼ਬਦ ਦਾ ਭਾਵ ਜਿਹੜਾ ਸੁਖੈਨ ਸਮਝ ਵਿੱਚ ਆ ਜਾਏ। ਬਾਣੀ ਵਿੱਚ ਮਹਾਰਾਜ ਦਾ ਸ਼ਬਦ ਹੈ, ਜਿਸ ਵਿੱਚ ਇਹ ਪੰਕਤੀ ਆਉਂਦੀ ਹੈ, ਰਾਮ ਜਪਹੁ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਫਿਰ ਅੱਗੇ ਜਾ ਕੇ ਪੰਕਤੀ ਆਉਂਦੀ ਹੈ, ਸਭ ਪਰਿਵਾਰ ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਹੁਣ ਇਸੇ ਪਰਟੀਕੂਲਰ ਪਰਿਵਾਰ ਸ਼ਬਦ ਦਾ ਅਰਥ ਜਿਹੜਾ ਹੈ ਉਹ ਹੈ ਸਾਡੇ ਗਿਆਨ ਇੰਦਰੇ। ਗਿਆਨ ਇੰਦਰੇ, 5 ਗਿਆਨ ਇੰਦਰੇ ਨੇ ਸਾਡੇ। ਇਹ ਪੰਜੇ ਹੀ ਸਾਡੀ ਸੰਸਾਰ ਨਾਲ ਸਾਂਝ ਬਣਾਉਂਦੇ ਨੇ। ਅੱਖਾਂ ਵੇਖਦੀਆਂ ਨੇ, ਕੰਨ ਸੁਣਦੇ ਨੇ, ਨੱਕ ਸੁੰਘਦਾ ਹੈ, ਚਮੜੀ ਸਪਰਸ਼ ਕਰਦੀ ਹੈ, ਰਸਨਾ ਚੱਖਦੀ ਹੈ, ਬੋਲਦੀ ਹੈ। ਇਹ 5 ਗਿਆਨ ਇੰਦਰੇ ਸਾਡਾ ਗਿਆਨ ਇਕੱਠਾ ਕਰਦੇ ਦੁਨੀਆ ਦੇ ਵਿੱਚੋਂ, ਸੰਸਾਰ ਦੇ ਵਿੱਚੋਂ। ਇਹ 5 ਗਿਆਨ ਇੰਦਰੀਆਂ ਦੇ ਰਾਹੀਂ ਸਾਡੀ ਬੁੱਧੀ ਨੂੰ ਪਤਾ ਲੱਗਦਾ ਵੀ ਬਾਹਰ ਕੀ ਹੋ ਰਿਹਾ। ਇਹਨਾਂ ਦਾ ਤਾਲੁਕ ਬਾਹਰ ਦੇ ਸੰਸਾਰ ਨਾਲ ਹੈ। ਇਹਨੂੰ ਪਰਿਵਾਰ ਕਿਹਾ। ਇਹ ਪਰਿਵਾਰ ਵਿਕਾਰਾਂ 'ਚ ਡੁੱਬਾ ਰਹਿੰਦਾ ਹੈ। ਆਪਾਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਪੜ੍ਹਦੇ ਹਾਂ। ਮਹਾਰਾਜ ਨੇ ਸੰਬੋਧਨ ਕੀਤਾ ਅੱਖਾਂ ਨੂੰ, ਕੰਨਾਂ ਨੂੰ, ਰਸਨਾ ਨੂੰ। ਸਤਿਗੁਰੂ ਜੀ ਦੀ ਬਾਣੀ ਵਿੱਚ ਬੜੀ ਵਾਰ ਐਸਾ ਜ਼ਿਕਰ ਆਇਆ ਜਿੱਥੇ ਮਹਾਰਾਜ ਨੇ ਇਹਨਾਂ ਗਿਆਨ ਇੰਦਰੀਆਂ ਨੂੰ ਸੰਬੋਧਨ ਹੋ ਕੇ ਬਚਨ ਕਹੇ ਨੇ। ਇਹਨਾਂ ਨੂੰ ਸਖੀਆਂ ਵੀ ਕਿਹਾ, ਇਹਨਾਂ ਨੂੰ ਪਰਿਵਾਰ ਵੀ ਕਿਹਾ, ਇਹਨਾਂ ਨੂੰ ਆਪਣੀ ਕੁੱਲ ਦੇ ਜੀਅ ਵੀ ਕਿਹਾ। ਜਿਵੇਂ ਪਰਿਵਾਰ ਦੇ ਜੀਆਂ ਨੂੰ ਆਪਾਂ ਕਹਿ ਦਿੰਦੇ ਕੁੱਲ ਦੇ ਜੀ। ਸੋ ਖੈਰ, ਆਪਾਂ ਭਗਤ ਕਬੀਰ ਜੀ ਮਹਾਰਾਜ ਦਾ ਸ਼ਬਦ ਵਿਚਾਰ ਰਹੇ ਹਾਂ। ਜਿਹੜੀ ਭੈੜੀ ਮੱਤ ਹੈ, ਅੰਦਰ ਬਣੇ ਹੋਏ ਪੁਰਾਣੇ ਸੰਸਕਾਰ ਨੇ, ਧਿਆਨ ਵਿੱਚ ਰੱਖੀਏ। ਮਨ ਵਿੱਚ ਫੁਰਨਾ ਪੈਦਾ ਹੋਇਆ। ਫੁਰਨਾ ਦੁਬਾਰਾ ਜਦੋਂ ਅੰਦਰ ਪੈਦਾ ਹੋਇਆ ਤੇ ਉਹਨੇ ਆਪਣੀ ਸਪੇਸ ਬਣਾ ਲਈ, ਜਗ੍ਹਾ ਬਣਾ ਲਈ। ਉਹਨੂੰ ਟਿਕਣ ਵਾਸਤੇ ਅੰਦਰ ਸੁਰਤ ਵਿੱਚ ਥਾਂ ਮਿਲ ਗਈ। ਉਹਨੇ ਆਪਣੇ ਆਪ ਨੂੰ ਕਰਮ ਦੇ ਰਾਹੀਂ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਅੰਦਰ ਜਿਹੜੀ ਚੀਜ਼ ਵਸੀ ਸੀ, ਉਹਨੇ ਕਰਮ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਪਹਿਲੀ ਵਾਰ ਕੀਤਾ, ਮਨ ਵਿੱਚ ਝਿਜਕ ਸੀ, ਡਰ ਸੀ, ਖੌਫ ਸੀ, ਅੰਦਰੋਂ ਬੇਚੈਨੀ ਸੀ ਵੀ ਇਹ ਕੰਮ ਸਹੀ ਨਹੀਂ। ਦੂਜੀ ਵਾਰ ਝਿਜਕ ਘਟ ਗਈ, ਖੌਫ ਘਟ ਗਿਆ। ਤੀਜੀ ਵਾਰ ਜਿਉਂ-ਜਿਉਂ ਉਹਦੀ ਪ੍ਰੈਕਟਿਸ ਹੁੰਦੀ ਗਈ ਨਾ ਉਸ ਕਰਮ ਦੀ, ਮਨ ਦਾ ਸਾਰਾ ਡਰ ਜਾਂਦਾ ਰਿਹਾ, ਝਿਜਕ ਜਾਂਦੀ ਰਹੀ। ਬੰਦਾ ਹੁਣ ਬੇਝਿਜਕ ਹੋ ਕੇ ਉਹੀ ਗੁਨਾਹ ਕਰਦਾ ਹੈ, ਪਾਪ ਕਰਦਾ ਹੈ, ਮਾੜਾ ਕਰਮ। ਹੁਣ ਨਾ ਡਰ ਲੱਗਦਾ, ਨਾ ਝਿਜਕ ਹੁੰਦੀ ਹੈ। ਕੋਈ ਕੀ ਆਖੇਗਾ ਹੁਣ ਇਸ ਗੱਲ ਦਾ ਵੀ ਨੱਕ ਨਮੂਜ ਦਾ ਖਿਆਲ ਛੱਡ ਦਿੱਤਾ। ਅੰਦਰੋਂ ਬੇਚੈਨੀ ਵੀ ਘਟਦੀ ਹੁਣ ਘਟ ਗਈ, ਕਿਉਂਕਿ ਰਾਸੇ ਪੈ ਗਿਆ ਮਨੁੱਖ। ਉਸ ਕਰਮ ਦੀ ਆਦਤ ਬਣ ਗਈ। ਉਹ ਆਦਤ ਹੌਲੀ ਹੌਲੀ ਬਣ ਕੇ ਪੱਕ ਕੇ ਸੁਭਾਅ ਬਣ ਜਾਂਦੀ ਹੈ। ਅਤੇ ਸੁਭਾਅ ਜਿੰਨਾ ਚਿਰ ਜਿਉਂ ਪੱਕੀ ਜਾਂਦਾ ਤਿਉਂ ਸੰਸਕਾਰ ਬਣ ਜਾਂਦਾ। ਜਾਨੀ ਜਿੰਨੀ ਮਜ਼ਬੂਤ ਚੀਜ਼ ਹੋਏਗੀ ਓਨਾ ਹੀ ਉਹਨੂੰ ਤੋੜਨਾ ਔਖਾ ਹੋ ਜਾਏ। ਆਦਤ ਨੂੰ ਕੁਝ ਹੱਦ ਤੱਕ ਛੇਤੀ ਬਦਲਿਆ ਜਾ ਸਕਦਾ। ਆਦਤ ਦਾ ਅਭਿਆਸ ਹੁੰਦਿਆਂ ਜਦੋਂ ਸੁਭਾਅ ਬਣ ਜਾਂਦਾ ਤੇ ਉਹਨੂੰ ਬਦਲਣਾ ਹੋਰ ਵੀ ਜ਼ਿਆਦਾ ਔਖਾ ਹੈ। ਅਤੇ ਸੁਭਾਅ ਪੱਕ ਕੇ ਸੰਸਕਾਰ ਬਣ ਜਾਂਦਾ ਹੈ, ਉਹਨੂੰ ਬਦਲਣਾ ਹੋਰ ਜ਼ਿਆਦਾ ਔਖਾ ਹੈ। ਉਹ ਤਾਂ ਸਮਝੋ ਜਿਵੇਂ ਖਿੰਗਰੀ ਇੱਟ ਨਹੀਂ ਹੁੰਦੀ, ਪੱਥਰ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਮਨ ਦੀ। ਉਹ ਇੰਨੀ ਮਜ਼ਬੂਤ ਬਣ ਜਾਂਦੀ ਹੈ ਵੀ ਉਹਨੂੰ ਤੋੜਨ ਦੇ ਉੱਤੇ ਓਨਾ ਹੀ ਵਕਤ, ਓਨਾ ਹੀ ਜ਼ੋਰ ਅਤੇ ਓਨੀ ਘਾਲਣਾ ਵੱਧ ਲੱਗਦੀ।
ਆਪਾਂ ਜਦੋਂ ਕਹਿੰਦੇ ਆ ਨਾ ਵੀ ਮੇਰੇ ਅੰਦਰ ਆਹ ਖਾਮੀ ਹੈ ਤੇ ਮੈਂ ਬੜਾ ਯਤਨ ਕਰ ਰਿਹਾ, ਮੇਰੇ ਤੋਂ ਬਦਲਿਆ ਨਹੀਂ ਜਾ ਰਿਹਾ ਆਪਣੇ, ਤੁਸੀਂ ਸੋਚ ਕੇ ਵੇਖੋ ਵੀ ਸਾਡੇ ਅੰਦਰ ਉਹ ਖਾਮੀ ਕਿੰਨੀ ਥਾਂ ਪਾ ਕੇ ਮਜ਼ਬੂਤ ਹੋ ਗਈ ਹੁੰਦੀ ਹੈ। ਖੌਰੇ ਔਗਣ ਕਿੰਨੇ ਚਿਰ ਦਾ ਸਾਡੇ ਅੰਦਰ ਟਿਕਿਆ ਪਿਆ, ਉਹਦਾ ਜੀ ਨਹੀਂ ਕਰਦਾ ਇਸ ਘਰ ਨੂੰ ਛੱਡਣ ਨੂੰ। ਉਹਨੂੰ ਲੱਗਦਾ ਮੇਰਾ ਇੱਥੇ ਰਾਜ ਹੈ, ਮੇਰੀ ਇੱਥੇ ਚੱਲਦੀ ਹੈ, ਮੈਨੂੰ ਇੰਨੀ ਜਗ੍ਹਾ ਮਿਲੀ ਹੈ, ਸਾਰੇ ਜੀਵਨ ਤੇ ਮੇਰਾ ਕਬਜ਼ਾ, ਕਿਵੇਂ ਛੱਡ ਦਿਆਂ ਮੈਂ। ਸੋ ਖਿਆਲ ਸੰਸਕਾਰ ਬਣ ਗਿਆ। ਜਿਸ ਵੇਲੇ ਅਸੀਂ ਕੋਈ ਨੇਕ ਅਮਲ ਕਰਦੇ ਹਾਂ, ਜਦੋਂ ਚੰਗੇ ਕੰਮ ਦਾ ਅਭਿਆਸ ਪ੍ਰੈਕਟਿਸ ਕਰਦੇ ਹਾਂ, ਪਰਮੇਸ਼ਰ ਦੇ ਨਾਮ ਵਾਲੇ ਪਾਸੇ ਤੁਰਦੇ ਹਾਂ, ਵਾਹਿਗੁਰੂ ਦਾ ਚਿੰਤਨ ਕਰਦੇ ਹਾਂ, ਗੁਰੂ ਦੇ ਗਿਆਨ ਦੇ ਨਾਲ ਆਪਣੇ ਅੰਤਰਾਤਮੇ ਨੂੰ ਸੁਧਾਰਨ ਤੁਰਦੇ ਹਾਂ, ਤਾਂ ਸਾਡੇ ਅੰਦਰ ਦੇ ਉਹ ਭੈੜੇ ਸੰਸਕਾਰ ਤੜਫਦੇ ਨੇ, ਅੰਦਰ ਇੱਕ ਹਲਚਲ ਪੈਦਾ ਹੁੰਦੀ ਹੈ। ਸਾਡੇ ਅੰਦਰ ਦੀ ਬੁਰਾਈ ਜਿਹੜੀ ਟਿਕੀ ਹੋਈ ਹੈ ਤੇ ਜਿਹੜੀ ਚੰਗਿਆਈ ਦਾ ਅਸੀਂ ਅਭਿਆਸ ਕਰ ਰਹੇ ਉਹਦੇ ਵਿਚਕਾਰ ਇੱਕ ਕਸ਼ਮਕਸ਼ ਚੱਲਦੀ ਹੈ, ਇੱਕ ਜੰਗ ਲੱਗਦਾ ਹੈ, ਇੱਕ ਯੁੱਧ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਦਾ ਬੜੀ ਵਾਰ ਜ਼ਿਕਰ ਹੈ ਕਿ ਇੱਕ ਯੁੱਧ ਚੱਲ ਰਿਹਾ, ਇੱਕ ਜੰਗ ਚੱਲ ਰਹੀ ਹੈ ਅੰਦਰ। ਮਹਾਰਾਜ ਦਾ ਵਾਕ ਪੜੋ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ, ਇਸ ਆਗੈ ਕੋ ਨ ਟਿਕੈ ਵਿਕਾਰੀ। ਗੁਰੂ ਅਰਜਨ ਸਾਹਿਬ ਦਾ ਵਾਕ ਕਹਿੰਦੇ ਨੇ, ਗਦਾ ਕਹਿੰਦੇ ਗੁਰਜ ਨੂੰ, ਜਦੋਂ ਯੋਧੇ ਜੰਗ ਲੜਨ ਜਾਂਦੇ ਤੇ ਉਹ ਜਿਹੜਾ ਉਹਨਾਂ ਦਾ ਫੇਵਰੇਟ ਹਥਿਆਰ ਹੁੰਦਾ ਉਹ ਲੈ ਕੇ ਮੈਦਾਨੇ ਜੰਗ ਜਾਂਦੇ ਨੇ। ਕੋਈ ਨੇਜਾ ਲੈ ਕੇ ਜਾਂਦਾ, ਤਲਵਾਰ, ਕੋਈ ਗੁਰਜ, ਕੋਈ ਕੁਤਕਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਮੈਂ ਆਪਣੀ ਹਉਮੈ ਨਾਲ ਲੜਨ ਤੁਰਿਆ, ਮੇਰੇ ਹਥਿਆਰ ਪਤਾ ਕੀ ਨੇ? ਗਰੀਬੀ। ਗਰੀਬੀ ਦਾ ਮਤਲਬ ਹੈ ਨਿਮਰਤਾ, ਆਪਣੇ ਆਪ ਨੂੰ ਹਰ ਤਰ੍ਹਾਂ ਦੀ ਉੱਚਤਾ ਤੋਂ, ਆਪਣੇ ਆਪ ਨੂੰ ਹਰ ਤਰ੍ਹਾਂ ਦੀ ਵਡਿਆਈ ਤੋਂ ਰਹਿਤ ਰੱਖਣਾ। ਦੁਨੀਆ ਤੁਹਾਡੀ ਚੰਗਿਆਈ ਨੂੰ ਵੇਖ ਕੇ ਭਾਵੇਂ ਚੰਗਾ ਆਖੇ ਵੀ, ਇਹਦੇ ਬਾਵਜੂਦ ਵੀ ਆਪਣੇ ਅੰਦਰ ਇਹ ਭਾਵ ਰੱਖਣਾ ਵੀ ਜੀਵਨ ਦਾ ਪਿੰਡ ਹੈ, ਕਿਤੇ ਵਡਿਆਈ ਮੇਰੇ ਪੈਰਾਂ ਦਾ ਸੰਗਲ ਨਾ ਬਣ ਜੇ। ਵੱਡਪਣ ਹੁੰਦਿਆਂ ਹੋਇਆਂ ਵੀ ਆਪਣੀ ਵਡਿਆਈ ਦਾ ਭਾਰ ਆਪਣੇ ਸਿਰ ਦੇ ਉੱਤੇ ਨਾ ਆਉਣ ਦੇਣਾ, ਉਹਦੇ ਤੋਂ ਬੇਪਰਵਾਹ ਹੋ ਕੇ ਨਿਕਲਣਾ। ਤੁਸੀਂ ਸੋਚ ਕੇ ਵੇਖੋ, ਚੰਗਿਆਈ ਨਾ ਵੀ ਹੋਵੇ ਬੰਦੇ 'ਚੋਂ ਤਾਂ ਵੀ ਵਡਿਆਈ ਚਾਹੁੰਦਾ ਹੈ, ਤੇ ਚੰਗਿਆਈ ਹੋਵੇ ਤੇ ਫਿਰ ਵੀ ਵਡਿਆਈ ਹੋ ਰਹੀ ਹੋਵੇ, ਤੇ ਕੋਈ ਗੁਰਮੁਖ ਉਹਨੂੰ ਆਪਣੇ ਪੈਰਾਂ ਦਾ ਸੰਗਲ ਨਾ ਬਣਨ ਦੇਵੇ। ਕਿੱਡੀ ਉੱਚੀ ਆਤਮਾ ਹੈ, ਉਹਨੂੰ ਪਤਾ ਹੈ ਵਿਕਾਰ ਦਾ ਹੱਲਾ ਕਿਵੇਂ ਹੋ ਸਕਦਾ ਹੈ, ਹਉਮੈ ਕਿਵੇਂ ਥਾਂ ਬਣਾ ਲੈਂਦੀ ਹੈ। ਉਹਨੂੰ ਗਰੀਬੀ ਕਿਹਾ। ਖੰਨਾ ਸਗਲ ਰੇਨ ਸ਼ਾਰੀ, ਮੈਂ ਆਪਣੇ ਆਪ ਨੂੰ ਸਾਰਿਆਂ ਦੇ ਕਦਮਾਂ ਦੀ ਖਾਕ ਸਮਝਦਾ, ਸਭ ਤੇ ਨੀਚ ਆਤਮ ਕਰ ਮਾਨੋ। ਇਹ ਮੇਰੇ ਹੱਥ 'ਚ ਖੰਡਾ ਹੈ, ਦੋ ਧਾਰਾ ਖੰਡਾ, ਜਿਸ ਨਾਲ ਮੈਂ ਆਪਣੀ ਹਉਮੈ ਦੇ ਖਿਲਾਫ ਜੰਗ ਲੜ ਰਿਹਾ, ਯੁੱਧ ਲੜ ਰਿਹਾ। ਗਰੀਬੀ ਤੇ ਨਿਰਮਾਣਤਾ, ਇਹੀ ਦੋ ਹਥਿਆਰ ਨੇ ਜਿਨ੍ਹਾਂ ਨਾਲ ਹਉਮੈ ਤੇ ਕਾਬੂ ਪਾਇਆ ਜਾ ਸਕਦਾ, ਫਤਿਹ ਹਾਸਲ ਕੀਤੀ ਜਾ ਸਕਦੀ। ਇਹ ਅਧਿਆਤਮ ਦਾ ਪਿੰਡ ਹੈ, ਪਰਮੇਸ਼ਰ ਦਾ ਪਿੰਡ ਹੈ, ਰੱਬ ਦਾ ਰਾਹ ਹੈ, ਧਰਮ ਦਾ ਰਾਹ ਹੈ। ਇੱਥੇ ਇਵੇਂ ਆਤਮਿਕ ਸੁਧਾਈ ਹੁੰਦੀ ਹੈ। ਭਗਤ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ, ਮੇਰੇ ਉਹ ਟਿਕੇ ਹੋਏ ਅੰਦਰ ਜਿਹੜੇ ਸੰਸਕਾਰ ਨੇ ਨਾ, ਜਿਸ ਵੇਲੇ ਮੈਂ ਪਰਮੇਸ਼ਰ ਦੀ ਭਗਤੀ ਤੇ ਬੰਦਗੀ ਵੱਲ ਤੁਰਿਆ ਤਾਂ ਉਹਨਾਂ ਨੇ ਮੈਨੂੰ ਸ਼ਿਕਵਾ, ਉਲਾਂਭਾ ਦਿੱਤਾ ਮੇਰੇ ਮਨ ਨੂੰ। ਮਨ ਹੁਣ ਸੁਧਰਨ ਵਾਲੇ ਪਾਸੇ ਤੁਰ ਪਿਆ, ਮਨ ਚੰਗਾ ਅਭਿਆਸ ਕਰਨ ਲੱਗ ਪਿਆ ਗੁਰੂ ਦੇ ਸ਼ਬਦ ਨਾਲ, ਤੇ ਮੇਰੇ ਅੰਦਰ ਬੈਠੇ ਸੰਸਕਾਰ ਉਲਾਂਭਾ ਦਿੰਦੇ ਨੇ। ਉਹ ਕਹਿੰਦੇ ਨੇ, ਹਮਾਰੇ ਕੁਲ ਕੌਨੇ ਰਾਮ ਕਹਿਓ, ਕਹਿੰਦੇ ਸਾਡੀ ਕੁਲ 'ਚ ਅੱਜ ਤੱਕ ਕਿਸੇ ਨੇ ਰੱਬ ਨਹੀਂ ਸੀ ਕਿਹਾ, ਅਸੀਂ ਤਾਂ ਰੱਬ ਨੂੰ ਭੁੱਲੇ ਹੋਏ ਸਾਂ। ਇਹਨਾਂ ਪੰਜਾਂ ਗਿਆਨ ਇੰਦਰੀਆਂ ਨੂੰ ਅਸੀਂ ਰੱਬ ਵਾਲੇ ਪਾਸੇ ਕਦੇ ਪਰਤਣ ਹੀ ਨਹੀਂ ਸੀ ਦਿੱਤਾ। ਭੈੜੇ ਸੰਸਕਾਰ ਅੱਖਾਂ ਨੂੰ ਜੋ ਆਂਦੇ ਸਨ, ਅੱਖਾਂ ਉਵੇਂ ਹੀ ਵੇਖਦੀਆਂ ਸਨ, ਕੰਨ ਮੰਦਾ ਸੁਣਦੇ ਸਨ, ਰਸਨਾ ਫਿੱਕਾ ਬੋਲਦੀ ਤੇ ਭੈੜੇ ਚਸਕਿਆਂ ਵਿੱਚ ਲੁਪਤ ਸੀ। ਪੰਜੇ ਹੀ ਗਿਆਨ ਇੰਦਰੇ ਗਰਕੇ ਪਏ ਸਨ, ਕਦੇ ਰੱਬ ਚੇਤੇ ਨਹੀਂ ਸੀ ਆਇਆ, ਕੋਈ ਗਿਆਨ ਇੰਦਰਾ ਚੰਗੇ ਪਾਸੇ ਨਹੀਂ ਸੀ ਪਰਤਿਆ। ਕਦੇ ਪੰਜਾਂ ਗਿਆਨ ਇੰਦਰਿਆਂ ਦੇ ਰਾਹੀਂ ਕੋਈ ਚੰਗਾ ਅਸੀਂ
ਵਿਚਾਰ, ਕੋਈ ਚੰਗਾ ਕਰਮ ਨਹੀਂ ਸੀ ਕੀਤਾ, ਪਰ ਹੁਣ ਦਸ਼ਾ ਉਲਟੀ ਹੋ ਰਹੀ ਹੈ। ਜਬ ਕੀ ਮਾਲਾ ਲਈ ਨਿਪੂਤੇ, ਤਬ ਤੇ ਸੁਖ ਨਾ ਭਇਓ। ਜਦੋਂ ਦੀ ਇਸ ਨਿਪੁੱਤੇ ਔਂਤਰੇ ਮਨ ਨੇ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਵੱਲ ਮੁਹਾਰ ਮੋੜ ਲਈ ਹੈ, ਤੇ ਬਾਰ-ਬਾਰ ਮਾਲਾ ਦਾ ਅਰਥ ਹੁੰਦਾ ਜਿਵੇਂ ਕੋਈ ਮਾਲਾ ਫੇਰਦਾ ਤੇ ਉਹਦਾ ਇੱਕ ਮਣਕਾ, ਦੂਜਾ ਮਣਕਾ, ਤੀਜਾ ਮਣਕਾ। ਹਾਲਾਂਕਿ ਬਾਣੀ ਕਹਿੰਦੀ ਹਰਾ ਅੱਖਰ ਦੋਏ ਹੈ ਮਾਲਾ। ਯਾਨੀ ਬਾਰ-ਬਾਰ ਕੋਈ ਕਰਮ ਜਦੋਂ ਆਪਾਂ ਕਰਦੇ ਨਾ, ਇੱਕ ਸਰਕਲ ਬਣਦਾ। ਮਨ ਬਾਰ-ਬਾਰ ਜਦੋਂ ਚੰਗੇ ਕੰਮ ਦਾ ਅਭਿਆਸ ਕਰ ਰਿਹਾ, ਤਬ ਤੇ ਸੁਖ ਨਾ ਪਇਓ। ਮਾੜੇ ਸੰਸਕਾਰ ਅੰਦਰੋਂ ਚੀਕ ਉੱਠੇ, ਉਹਨਾਂ ਆਖਿਆ ਹੁਣ ਸਾਨੂੰ ਸੁੱਖ ਦਾ ਥਾਂ ਨਹੀਂ ਮਿਲ ਰਿਹਾ, ਸਾਡੀ ਜਗ੍ਹਾ ਅੰਦਰ ਘਟਦੀ ਜਾ ਰਹੀ ਹੈ, ਸਾਨੂੰ ਧੱਕੇ ਪੈ ਰਹੇ ਨੇ ਵੀ ਹੁਣ ਇਹ ਸਰੀਰ ਘਰ, ਹਿਰਦਾ ਘਰ ਖਾਲੀ ਕਰੋ ਤੇ ਜਾਓ। ਇੱਥੇ ਹੁਣ ਤੁਹਾਡਾ ਦੁਸ਼ਟਾਂ ਦਾ ਵਾਸ ਨਹੀਂ ਹੋਏਗਾ, ਇੱਥੇ ਹੁਣ ਸਤ ਸੰਗੀ ਗੁਣ, ਉੱਤਮ ਗੁਣ, ਦੈਵੀ ਗੁਣ ਟਿਕਣਗੇ। ਫਿਰ ਆਰੰਭ ਦੇ ਵਾਕ ਵਿੱਚ ਫਰਮਾਇਆ, ਕਹਿਣ ਲੱਗੇ ਨਿਤ ਉੱਠ ਕੋਰੀ ਗਾਗਰ ਆਨੈ। ਇੱਥੇ ਕੋਰੀ ਸ਼ਬਦ ਦਾ ਅਰਥ ਹੈ ਜੁਲਾਹਾ। ਕਬੀਰ ਜੀ ਨੇ ਇੱਕ ਵਾਕ ਬੜਾ ਬਾਕਮਾਲ ਆਪਣੀ ਬਾਣੀ 'ਚ ਕਿਹਾ, ਕਿਉਂਕਿ ਕਬੀਰ ਜੀ ਦਾ ਜੋ ਜੱਦੀ ਪੁਸ਼ਤੀ ਪੇਸ਼ਾ ਸੀ, ਰੁਜ਼ਗਾਰ, ਕਿਰਤ ਸੀ, ਉਹ ਸੀ ਖੱਡੀ ਦੇ ਉੱਤੇ ਕੱਪੜਾ ਬੁਣਨਾ। ਅਤੇ ਇਹ ਕੰਮ ਕਰਨ ਵਾਲਿਆਂ ਨੂੰ ਜੁਲਾਹਾ ਕਹਿ ਕੇ ਬੁਲਾਇਆ ਜਾਂਦਾ ਸੀ। ਅਤੇ ਭਾਰਤ ਦੀ ਜਿਹੜੀ ਵੰਡ ਪ੍ਰਣਾਲੀ, ਜਾਤ ਬਰਾਦਰੀ ਦੀਆਂ ਜਿਹੜੀਆਂ ਪੀਟੀਆਂ, ਗੰਢਾਂ ਜਾਂ ਬਣੇ ਖਾਨੇ, ਉਹਨਾਂ ਮੁਤਾਬਕ ਇਹ ਕਿਰਤ ਕਰਨ ਵਾਲਿਆਂ ਨੂੰ ਜੁਲਾਹੇ ਕਿਹਾ ਜਾਂਦਾ ਸੀ, ਅਤੇ ਜੁਲਾਹਿਆਂ ਨੂੰ ਨੀਵੀਂ ਸ਼੍ਰੇਣੀ 'ਚ ਗਿਣਿਆ ਜਾਂਦਾ ਸੀ। ਉੱਚੀਆਂ ਜਾਤਾਂ ਵਾਲੇ ਉਹਨਾਂ ਨੂੰ ਸ਼ੂਦਰ ਕਹਿੰਦੇ ਸਨ। ਕਬੀਰ ਮੇਰੀ ਜਾਤ ਕੋ ਸਭ ਕੋ ਅਸਨਿਆਰ। ਕਬੀਰ ਜੀ ਨੇ ਆਪਣੀ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਅਸੀਂ ਭਲਾ ਕੀ ਕੰਮ ਕਰਦੇ ਹਾਂ, ਅਸੀਂ ਖੱਡੀ ਦੇ ਉੱਤੇ ਕੱਪੜਾ ਬੁਣਦੇ ਹਾਂ। ਉਹਨੂੰ ਆਪਾਂ ਤਾਣਾ ਪੇਟਾ ਪਾ ਕੇ ਕੱਪੜਾ ਬੁਣਨਾ, ਕਿੰਨੇ ਤਨਣਾ ਬੁਣਨਾ, ਤਾਣਾ ਪੇਟਾ ਜੋੜਨਾ। ਕਬੀਰ ਜੀ ਕਹਿੰਦੇ ਕੋਰੀ ਕੋ ਕਾਹੂ ਮਰਮ ਨਾ ਜਾਨਾ, ਸਭ ਜਗਾਨ ਤਨਾਇਓ ਤਾਨਾ। ਕਹਿੰਦੇ ਨੇ ਅਸੀਂ ਤਾਂ ਬਾਹਰ ਦਾ ਕੱਪੜਾ ਬੁਣਦੇ ਹਾਂ, ਜਰਾ ਸੋਚ ਕੇ ਵੇਖੋ, ਤਾਣਾ ਪੇਟਾ ਤਨਣਾ ਬੁਣਨਾ ਤਾਂ ਸਾਰੀ ਦੁਨੀਆ ਹੀ ਕਰਦੀ, ਜੋੜ ਤੋੜ ਉਹਨੂੰ ਆਪਾਂ ਕਹਿੰਦੇ, ਵਿਉਂਤਾਂ ਘੜਨੀਆਂ, ਸਾਜ਼ਿਸ਼ਾਂ ਰਚਣੀਆਂ, ਜੋੜ ਤੋੜ ਕਰਨੇ। ਕਹਿੰਦੇ ਇਹ ਤਾਂ ਹਰ ਬੰਦੇ ਦੇ ਅੰਦਰ ਚੱਲ ਰਿਹਾ। ਅਸੀਂ ਤਾਂ ਬਾਹਰ ਦਾ ਤਾਣਾ ਪੇਟਾ ਬੁਣਦੇ ਹਾਂ, ਅਤੇ ਸਾਨੂੰ ਤੁਸੀਂ ਨੀਚ ਆਂਦੇ ਹੋ। ਜਿਹੜੇ ਮਾੜੀਆਂ ਵਿਉਂਤਾਂ ਅਤੇ ਸਾਜ਼ਿਸ਼ਾਂ ਹਿਰਦੇ 'ਚ ਬਣਾਉਂਦੇ, ਤਾਣਾ ਪੇਟਾ ਬੁਣਦੇ ਨੇ, ਉਹ ਨੀਚ ਨਹੀਂ, ਉਹ ਉੱਚੇ ਕਿਵੇਂ ਹੋ ਗਏ? ਅਸੀਂ ਕੱਪੜਾ ਬੁਣੀਏ ਅਤੇ ਸਾਨੂੰ ਤੁਸੀਂ ਆਂਦੇ ਹੋ ਨੀਚ ਨੇ, ਨੀਵੇਂ ਨੇ, ਸਾਡੇ ਨਾਲ ਤੁਸੀਂ ਵਰਤੋਂ ਵਿਹਾਰ ਨਹੀਂ ਕਰਨਾ ਚਾਹੁੰਦੇ। ਅੱਛਾ, ਸਾਡਾ ਬੁਣਿਆ ਕੱਪੜਾ ਤੁਸੀਂ ਤਨ 'ਤੇ ਪਹਿਨ ਲੈਂਦੇ ਹੋ, ਉਹ ਤੁਹਾਨੂੰ ਮਾੜਾ ਨਹੀਂ ਲੱਗਦਾ। ਜਿਹੜਾ ਅੰਦਰ ਤਾਣਾ ਪੇਟਾ ਚੱਲ ਰਿਹਾ, ਜਿਹੜਾ ਮਾੜੇ ਖਿਆਲਾਂ ਦਾ ਤੁਸੀਂ ਤਾਣਾ ਬਾਣਾ ਬੁਣਦੇ ਹੋ, ਜਾਲ ਬੁਣਦੇ ਹੋ, ਉਹਨੂੰ ਅਸੀਂ ਕਦੇ ਮਾੜਾ ਨਹੀਂ ਕਿਹਾ ਵੀ ਇਹ ਜਿਹੜਾ ਅੰਦਰ ਚੱਲ ਰਿਹਾ, ਇਹਦਾ ਕਰਕੇ ਤਾਂ ਸਾਰਾ ਜਗਤ ਹੀ ਤਾਣਾ ਬਾਣਾ ਬੁਣਦਾ ਹੈ। ਜਦੋਂ ਕਬੀਰ ਜੀ ਨੂੰ ਪੁੱਛਿਆ ਵੀ ਤੁਸੀਂ ਵੀ ਇਹ ਬੁਣਦੇ ਹੋ, ਕਹਿੰਦੇ ਨਹੀਂ, ਤਨਣਾ ਬੁਣਨਾ ਸਭ ਤਜੋ ਹੈ ਕਬੀਰ। ਮੈਂ ਨਾ ਸਾਜ਼ਿਸ਼ਾਂ ਰਚਦਾ, ਨਾ ਵਿਉਂਤਾਂ ਘੜਦਾ, ਨਾ ਬੁਰੇ ਖਿਆਲਾਂ ਦੀ ਬੁਣਤ ਬੁਣਦਾ। ਮੈਂ ਤਾਂ ਬਾਹਰ ਦਾ ਕੱਪੜਾ ਬੁਣਦਾ ਭਾਈ, ਤਾਣਾ ਪੇਟਾ ਪਾ ਕੇ, ਉਹ ਮੇਰਾ ਰੁਜ਼ਗਾਰ। ਮਨ ਸਾਫ਼ ਰੱਖਿਆ, ਮਨ ਨਿਰਛਲ ਰੱਖਿਆ, ਤਾਣਾ ਪੇਟਾ ਅੰਦਰ ਕਦੇ ਨਹੀਂ ਬੁਣਿਆ। ਤੋ ਭੈ ਉਹਨਾਂ ਤੋਂ ਰੱਖੋ ਜਿਹੜੇ ਅੰਦਰ ਤਾਣਾ ਪੇਟਾ ਬੁਣਦੇ ਨੇ, ਉਹਨਾਂ ਤੋਂ ਸੁਚੇਤ ਰਹੋ, ਉਹਨਾਂ ਦੇ ਨੇੜੇ ਨਾ ਲੱਗੋ। ਅਸੀਂ ਤਾਂ ਕੱਪੜਾ ਬੁਣਦੇ ਹਾਂ, ਸਾਡੇ ਤੋਂ ਤੁਹਾਨੂੰ ਭੈ ਕਾਹਦਾ, ਸਾਡੇ ਤੋਂ ਦੂਰੀ ਕਾਹਤੋਂ? ਤਾਂ ਕਬੀਰ ਜੀ ਮਹਾਰਾਜ ਕਹਿੰਦੇ ਇਹ ਆਵਾਜ਼ ਹੈ ਉਹਨਾਂ ਜੰਮੇ ਟਿਕੇ ਹੋਏ ਸੰਸਕਾਰਾਂ ਦੀ, ਕਿ ਪਹਿਲਾਂ ਤਾਂ ਇਹ ਹਾਲ ਸੀ ਵੀ ਮਨ ਤਾਣੇ ਬਾਣੇ ਬੁਣਦਾ ਸੀ ਅਤੇ ਇਸ ਦੇਹ ਨੂੰ ਲੇਪ ਕਰਦਾ ਸੀ। ਰੋਜ਼ ਜਿਵੇਂ ਨਾ ਘਰ ਦੇ ਵਿੱਚ ਸਵਾਣੀਆਂ ਮਿੱਟੀ ਦੇ ਭਾਂਡਿਆਂ 'ਚ ਹੀ ਦਾਲ ਆਦਿਕ, ਸਬਜ਼ੀ ਆਦਿਕ ਬਣਦੀ ਸੀ, ਅਤੇ ਉਹਨੂੰ ਸਭ ਤੋਂ ਪਹਿਲਾਂ ਲਿਪਣਾ ਉਹਦੇ ਥੱਲੇ ਨੂੰ, ਫਿਰ ਉਹਨੂੰ ਚੁੱਲ੍ਹੇ 'ਤੇ ਚੜ੍ਹਾਉਣਾ। ਰੋਜ਼ ਉਹਦਾ ਲੇਪ ਕਰਕੇ ਉਹਦੇ ਥੱਲੇ ਮਿੱਟੀ ਦੇ ਭਾਂਡੇ, ਫਿਰ ਉਹਨੂੰ ਚੁੱਲ੍ਹੇ 'ਤੇ ਚੜ੍ਹਾਉਣਾ।
ਕਬੀਰ ਜੀ ਮਹਾਰਾਜ ਕਹਿੰਦੇ ਬੁਣਤਾਂ ਬੁਣਨ ਵਾਲਾ ਪਹਿਲਾਂ ਮਨ ਪਤਾ ਕੀ ਕਰਦਾ ਸੀ, ਰੋਜ਼ ਇਸ ਸਰੀਰ ਨੂੰ ਲੇਪ ਕਰਦਾ ਸੀ, ਗੰਢ ਲਾਉਂਦਾ ਸੀ, ਜਾਨੀ ਕਿ ਦੇਹ ਅਧਿਆਸ ਵਿੱਚ ਫਸਿਆ ਸੀ, ਦੇਹੀ ਦੇ ਮੋਹ ਵਿੱਚ ਫਸਿਆ ਸੀ, ਦੇਹੀ ਦੇ ਨਾਲ ਵਿਕਾਰ ਭੋਗਣੇ, ਗਿਆਨ ਇੰਦਰੀਆਂ ਦੇ ਨਾਲ ਸੰਸਾਰ ਦੇ ਵਿਸ਼ੇ ਭੋਗਣੇ, ਫਿਰ ਇਹਦੇ ਚਸਕੇ ਦੇਹੀ ਦੇ ਪੂਰੇ ਕਰਨੇ। ਹਰ ਵਕਤ ਇਹਨੂੰ ਆਪਣੇ ਸਰੀਰ ਦੇ ਚਸਕਿਆਂ ਦੀ ਹੀ ਸੁੱਧ ਰਹਿੰਦੀ ਸੀ, ਫਿਕਰ ਰਹਿੰਦਾ ਸੀ, ਅਤੇ ਇਹਨਾਂ ਯਤਨਾਂ ਵਿੱਚ ਹੀ ਇਹ ਮਸ਼ਰੂਫ ਅਤੇ ਰੁੱਝਿਆ ਰਹਿੰਦਾ ਸੀ। ਫਿਰ ਕਹਿੰਦੇ ਨੇ ਜਿੰਦ ਇਹਨਾਂ ਕੰਮਾਂ ਨੂੰ ਕਰਦਿਆਂ ਹੀ ਦੁਖੀ ਹੋਈ ਜਾਂਦੀ ਸੀ। ਹੁਣ ਕੀ ਹੋ ਗਿਆ? ਹੁਣ ਮਨ ਦੀ ਅਵਸਥਾ ਬਦਲ ਗਈ। ਤਾਨਾ ਬਾਨਾ ਕਛੂ ਨਾ ਸੂਝੈ, ਹਰ ਹਰ ਰਸ ਲਪਟਿਓ। ਹੁਣ ਇਹਨੂੰ ਜੋੜ ਤੋੜ ਕਰਨੇ ਨਹੀਂ ਆਉਂਦੇ ਵੀ ਮੈਂ ਦੇਹੀ ਦੀ ਸਹੂਲਤ ਲਈ, ਦੇਹੀ ਦੇ ਚਸਕਿਆਂ ਲਈ ਜੋੜ ਤੋੜ ਕਰਾਂ, ਝੂਠ ਬੋਲਾਂ, ਸਾਜ਼ਿਸ਼ਾਂ ਰਚਾਂ, ਵਿਉਂਤਾਂ ਘੜਾਂ, ਚਤੁਰਾਈਆਂ, ਚਲਾਕੀਆਂ। ਹੁਣ ਉਹ ਤਾਣੇ ਬਾਣੇ ਨੇ ਬੁਣਨੇ ਛੱਡ ਦਿੱਤੇ। ਹੁਣ ਇਹ ਮਨ ਜਿਹੜਾ ਹਰ ਹਰ ਰਸ ਲਪਟਿਓ, ਪਰਮੇਸ਼ਰ ਦੇ ਨਾਮ ਦੇ ਸਵਾਦ ਵਿੱਚ ਇੱਕ ਸੁਰ ਹੋ ਗਿਆ। ਹੁਣ ਇਹਨੂੰ ਰੱਬੀ ਗੁਣਾਂ ਦਾ ਆਨੰਦ ਆਉਣ ਲੱਗ ਪਿਆ। ਫਿਰ ਫਰਮਾਉਂਦੇ ਨੇ ਸੁਨੋ ਜਠਾਨੀ ਸੁਨੋ ਦਿਰਾਨੀ ਅਚਰਜ ਏਕ ਭਇਓ। ਕਹਿੰਦੇ ਨੇ ਹੇ ਮੇਰੀ ਆਸਾ ਤੇ ਤ੍ਰਿਸ਼ਨਾ ਰੂਪ ਦਰਾਣੀ ਜਠਾਣੀ, ਸੁਣੋ ਆਹ ਦੇਖੋ ਕਿੰਨੀ ਹੈਰਾਨੀ ਦੀ ਖੇਡ ਮੇਰੇ ਜੀਵਨ 'ਚ ਵਾਪਰ ਗਈ ਹੈ। ਸੰਸਕਾਰ ਆਂਦੇ ਨੇ ਸਾਤ ਸੂ ਤਿਨ ਮੁੰਡੀਏ ਖੋਏ, ਇਹ ਮੁੰਡੀਆ ਕਿਉਂ ਨਾ ਮੋਇਓ। ਇਸ ਮਰ ਜਾਣੇ ਮਨ ਨੇ, ਇਸ ਭੈੜੇ ਮਨ ਨੇ ਵੇਖੋ ਜੋੜ ਤੋੜ ਹੀ ਛੱਡ ਦਿੱਤੇ ਨੇ, ਤੇ ਫਿਰ ਸਾਨੂੰ ਖੁਰਾਕ ਕਿੱਥੋਂ ਮਿਲਣੀ। ਮਨ ਜੋੜ ਤੋੜ ਕਰਦਾ ਸੀ, ਗਿਆਨ ਇੰਦਰੇ ਵਿਕਾਰ ਭੋਗਦੇ ਸਨ, ਅਤੇ ਸੰਸਕਾਰਾਂ ਨੂੰ ਖੁਰਾਕ ਮਿਲਦੀ ਸੀ, ਉਹ ਹੋਰ ਮਜ਼ਬੂਤ ਹੁੰਦੇ ਸਨ। ਹੁਣ ਮਨ ਨੇ ਤਾਣੇ ਬਾਣੇ ਬੁਣਨੇ ਛੱਡ ਦਿੱਤੇ, ਗਿਆਨ ਇੰਦਰੇ ਵਿਕਾਰਾਂ ਨੂੰ ਭੋਗਣਾ ਛੱਡ ਗਏ, ਅਤੇ ਸੰਸਕਾਰ ਅੰਦਰੋਂ ਪ੍ਰੋਟੈਕਟ ਕਿਵੇਂ ਹੋਣ, ਮਜ਼ਬੂਤ ਕਿਵੇਂ ਹੋਣ। ਉਹ ਭੈੜੇ ਸੰਸਕਾਰ ਕਮਜ਼ੋਰ ਹੁੰਦੇ ਜਾਂਦੇ, ਉਹਨਾਂ ਨੂੰ ਖੁਰਾਕ ਨਹੀਂ ਮਿਲਦੀ। ਫਿਰ ਫਰਮਾਉਂਦੇ ਹਨ ਜਿਵੇਂ ਨਾ ਕੋਈ ਮਨੁੱਖ ਬਿਮਾਰ ਹੁੰਦਾ, ਡਾਕਟਰ ਉਹਨੂੰ ਕਹਿੰਦਾ ਆਹ ਚੀਜ਼, ਆਹ ਤਾਂ ਦਵਾਈ ਹੈ, ਆਹ ਚੀਜ਼ਾਂ ਦਾ ਪਰਹੇਜ਼ ਰੱਖਣਾ। ਅਤੇ ਆਪਾਂ ਜਦੋਂ ਡਾਕਟਰ ਨੂੰ ਪੁੱਛੀਏ ਕਿ ਡਾਕਟਰ ਸਾਹਿਬ ਦਵਾਈ ਤਾਂ ਅਸੀਂ ਖਾ ਲਵਾਂਗੇ, ਪਰ ਆਹ ਚੀਜ਼ਾਂ ਦਾ ਪਰਹੇਜ਼ ਕਿਉਂ? ਕਹਿੰਦਾ ਇਹਨਾਂ ਚੀਜ਼ਾਂ ਦੇ ਨਾਲ ਤੁਹਾਡੀ ਬਿਮਾਰੀ ਹੋਰ ਮਜ਼ਬੂਤ ਹੁੰਦੀ ਹੈ। ਰੋਗ ਨੂੰ ਕਮਜ਼ੋਰ ਕਰਨ ਦੇ ਦੋ ਤਰੀਕੇ ਨੇ, ਇੱਕ ਤਾਂ ਦਵਾਈ ਅਤੇ ਦੂਜਾ ਪਰਹੇਜ਼। ਆਹ ਚੀਜ਼ਾਂ ਰੋਕ ਲਓਗੇ ਤਾਂ ਤੁਹਾਡੀ ਬਿਮਾਰੀ ਨੂੰ ਤਾਕਤ ਨਹੀਂ ਮਿਲੇਗੀ। ਅਤੇ ਦਵਾਈ ਮੈਂ ਤਾਂ ਦੇ ਰਿਹਾ ਕਿ ਤੁਹਾਡੇ ਅੰਦਰ ਉਸ ਬਿਮਾਰੀ ਨਾਲ ਲੜਨ ਦੀ ਸਮਰੱਥਾ ਵੱਧ ਜਾਏ। ਉਸ ਸਮਰੱਥਾ ਨੂੰ ਜੇ ਤੁਸੀਂ ਆਹ ਚੀਜ਼ਾਂ ਦਾ ਪਰਹੇਜ਼ ਨਾ ਕੀਤਾ ਤਾਂ ਇਹਨਾਂ ਚੀਜ਼ਾਂ ਨੇ ਹੋਰ ਕਮਜ਼ੋਰ ਕਰ ਦੇਣਾ। ਜਦੋਂ ਲੜਨ ਵਾਲੀ ਧਿਰ ਕਮਜ਼ੋਰ ਹੋ ਜਾਏਗੀ, ਦੁਸ਼ਮਣ 'ਤੇ ਫਤਿਹ ਕਿਵੇਂ ਪਾਏਗੀ? ਬਿਮਾਰੀ ਸਰੀਰ 'ਚ ਦੁਸ਼ਮਣ ਹੈ, ਅੰਦਰ ਦੀ ਲੜਨ ਵਾਲੀ ਸਮਰੱਥਾ ਨੂੰ ਮਜ਼ਬੂਤ ਕਰਨਾ ਦਵਾਈ ਨੇ, ਅਤੇ ਪਰਹੇਜ਼ ਨੇ ਉਸ ਬਿਮਾਰੀ ਨੂੰ ਕਮਜ਼ੋਰ ਕਰਨਾ। ਠੀਕ ਉਸੇ ਢੰਗ ਨਾਲ ਸੰਸਕਾਰ ਖੁਰਾਕ ਪਾ ਕੇ ਮਜ਼ਬੂਤ ਹੁੰਦੇ ਨੇ। ਅੰਦਰ ਦਾ ਭੈੜ ਜਿਉਂ-ਜਿਉਂ ਦਾ ਅਭਿਆਸ ਕਰੀ ਜਾਈਏ, ਉਸ ਭੈੜੀ ਵਾਦੀ ਨੂੰ ਹੋਰ ਬਲ ਮਿਲਦਾ ਅਤੇ ਉਹ ਜੀਵਨ 'ਤੇ ਹਾਵੀ ਹੋ ਜਾਂਦੀ। ਜਦੋਂ ਉਹਦਾ ਅਭਿਆਸ ਟੁੱਟ ਜਾਏ ਤਾਂ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ। ਭਗਤ ਜੀ ਮਹਾਰਾਜ ਕਹਿੰਦੇ ਨੇ ਸਰਬ ਸੁੱਖਾਂ ਕਾ ਏਕ ਹਰ ਸੁਆਮੀ ਸੋ ਗੁਰੂ ਨਾਮਦੇਵ। ਹੁਣ ਕਬੀਰ ਜੀ ਮਹਾਰਾਜ ਨੂੰ ਪੁੱਛੀਏ ਐਡਾ ਵੱਡਾ ਪਰਿਵਰਤਨ ਮਹਾਰਾਜ ਤੁਹਾਡੇ ਜੀਵਨ 'ਚ ਕਿਵੇਂ ਆ ਗਿਆ? ਉਹ ਕਹਿੰਦੇ ਨੇ ਸਰਬ ਸੁੱਖਾਂ ਕਾ ਏਕ ਹਰ ਸੁਆਮੀ। ਇਹਨਾਂ ਸਾਰੇ ਆਤਮਿਕ ਸੁੱਖਾਂ ਦਾ ਭਾਈ ਇੱਕੋ ਹੀ ਮਾਲਕ ਹੈ, ਉਹ ਹੈ ਪਰਮੇਸ਼ਰ ਬ੍ਰਹਮ, ਸਾਡਾ ਸਿਰਜਣਹਾਰ। ਅਤੇ ਉਸ ਬ੍ਰਹਮ ਦੇ ਨਾਮ ਦੀ ਦਾਤ ਮੈਨੂੰ ਪਤਾ ਕਿੱਥੋਂ ਮਿਲੀ ਹੈ? ਸੋ ਗੁਰ ਨਾਮ ਦਿਓ। ਉਸ ਪਰਮੇਸ਼ਰ ਦੇ ਨਾਮ ਦੀ ਦਾਤ ਮੈਨੂੰ ਗੁਰੂ ਕੋਲੋਂ ਮਿਲੀ, ਗੁਰੂ ਨੇ ਬਖਸ਼ਿਸ਼ ਕੀਤੀ। ਉਹ ਪਰਮੇਸ਼ਰ ਵਾਹਿਗੁਰੂ ਦੀ ਕਿਆ ਵਡਿਆਈ ਹੈ ਭਗਤ ਜੀ। ਕਹਿੰਦੇ ਨੇ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਹਰਨਾਕਸ਼ ਨਖ ਬਿਦਰਿਓ। ਜਿਸ ਨੇ ਆਪਣੇ ਪਿਆਰੇ ਪ੍ਰਹਿਲਾਦ ਦੀ ਇੱਜ਼ਤ ਰੱਖੀ, ਮਾਣ ਰੱਖਿਆ, ਅਤੇ ਦੁਸ਼ਟ ਹਰਨਾਕਸ਼ ਨੂੰ ਨਹੁੰਆਂ ਨਾਲ ਪਾੜ ਸੁੱਟਿਆ, ਉਸ ਮਾਲਕ ਵਾਹਿਗੁਰੂ ਨੇ ਹੀ ਮੇਰੀ ਆਤਮਾ ਨੂੰ ਇਹਨਾਂ ਵਿਕਾਰਾਂ ਰੂਪੀ ਹਰਨਾਕਸ਼ ਤੋਂ ਬਚਾ ਲਿਆ, ਅਤੇ ਮੇਰੀ ਆਤਮਾ ਦੀ ਪ੍ਰਹਿਲਾਦ ਵਾਂਗ ਰੱਖਿਆ ਕਰ ਲਈ ਹੈ। ਫਿਰ ਫਰਮਾਇਆ
ਘਰ ਕੇ ਦੇਵ ਪਿੱਤਰ ਕੀ ਛੋਡੀ। ਕਬੀਰ ਜੀ ਮਹਾਰਾਜ ਕਹਿੰਦੇ ਮੈਂ ਹੁਣ ਜਿਹੜੇ ਘਰ ਕੇ ਦੇਵ ਦਾ ਮਤਲਬ ਹੁੰਦਾ ਵੀ ਕੁੱਲ ਦੇ ਦੇਵਤੇ ਹੁੰਦੇ ਸਨ ਨਾ, ਆਪਾਂ ਨੂੰ ਜਠੇਰੇ ਮੰਨ ਲਿਆ, ਚੀਜ਼ ਇੱਕੋ ਹੀ ਹੈ। ਕਈਆਂ ਦੀ ਭਾਰਤ ਵਿੱਚ ਕੁੱਲ ਦੇਵੀ ਹੈ, ਕੁੱਲ ਦੇਵਤਾ ਹੈ। ਜਦੋਂ ਅਸੀਂ ਪੰਜ ਪਿਆਰੇ ਸਾਹਿਬਾਨ ਕੋਲੋਂ ਪਾਹੁਲ ਲੈਂਦੇ ਹਾਂ ਤਾਂ ਉਹ ਸਾਨੂੰ ਕਹਿੰਦੇ ਨੇ ਅੱਜ ਤੋਂ ਤੁਹਾਡੀ ਕੁੱਲ ਨਾਸ਼। ਕੁਝ ਚੀਜ਼ਾਂ 'ਚ ਜ਼ਿਕਰ ਆਉਂਦਾ ਕੁੱਲ ਨਾਸ਼, ਇਹਦਾ ਮਤਲਬ ਹੁੰਦਾ ਵੀ ਤੁਹਾਡੀ ਪਹਿਲੀ ਕੁੱਲ ਕੀ ਕਰਦੀ ਰਹੀ, ਇਹਦੇ ਨਾਲ ਹੁਣ ਤੁਹਾਡਾ ਵਾਹ ਵਾਸਤਾ ਨਹੀਂ, ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਸੱਜ ਗਏ ਹੋ। ਕੁੱਲ ਨਾਸ਼ ਦਾ ਅਰਥ ਇਹ ਹੈ ਵੀ ਵੱਡੇ ਕੀ ਕਰਦੇ ਸਨ, ਇਹਨਾਂ ਨਾਲ ਮਤਲਬ ਨਹੀਂ, ਤੁਸੀਂ ਗੁਰੂ ਨਾਲ ਕਮਿਟਮੈਂਟ ਕਰ ਲਈ, ਪ੍ਰਣ ਕਰ ਲਿਆ ਵੀ ਮਹਾਰਾਜ ਅਸੀਂ ਤੁਹਾਡੀ ਇਸ ਮਰਿਆਦਾ ਨੂੰ ਫੋਲੋ ਕਰਾਂਗੇ। ਗੁਰੂ ਨਾਲ ਕਮਿਟਮੈਂਟ ਹੋ ਗਈ, ਹੁਣ ਤੁਸੀਂ ਗੁਰੂ ਦਾ ਬਚਨ ਮੰਨਣਾ ਹੈ। ਹੁਣ ਇਸ ਚੀਜ਼ ਵੱਲ ਧਿਆਨ ਨਹੀਂ ਦੇਣਾ ਵੀ ਕੁੱਲ 'ਚ ਕੀ ਚੱਲਦਾ। ਕੁੱਲ ਨਾਸ਼, ਕਿਰਤ ਨਾਸ਼, ਜਾਤ ਨਾਸ਼, ਧਰਮ ਨਾਸ਼, ਇਹ ਸਭ ਚੀਜ਼ਾਂ ਦਾ ਨਾਸ਼ ਹੋ ਕੇ ਹੀ ਖਾਲਸਾ ਬਣਿਆ ਜਾ ਸਕਦਾ। ਜਿਹੜਾ ਅਜੇ ਵੀ ਕੁਲਾ ਰੀਤ ਫੜੀ ਰੱਖੇ ਉਹ ਹੁਣ ਗੁਰੂ ਦੀ ਮੰਨੇਗਾ ਕਿ ਕੁੱਲ ਦੀ ਮੰਨੇਗਾ। ਉਹ ਤਾਂ ਦਵੰਦ 'ਚ ਫਸਿਆ ਨਾ ਵੀ ਦੋਵੇਂ ਚੀਜ਼ਾਂ ਉਹ ਜੇ ਨਿਭਾਉਣਾ ਚਾਹੁੰਦੇ ਤੇ ਨਹੀਂ ਨਿਭਣਗੀਆਂ। ਸੋ ਸਾਹਿਬ ਕਹਿੰਦੇ ਨੇ ਘਰ ਕੇ ਦੇਵ, ਮੈਂ ਹੁਣ ਜੋ ਪਰਿਵਾਰ ਵਿੱਚ ਕੁੱਲ ਵਿੱਚ ਦੇਵਤਿਆਂ ਨੂੰ ਮੰਨਣ ਦੀ ਪਿਰਤ ਸੀ, ਪਿੱਤਰਾਂ ਦੇ ਮੁਤਾਬਕ, ਵੱਡਿਆਂ ਦੇ ਮੁਤਾਬਕ ਜੋ ਕੁੱਲ 'ਚ ਚੱਲਦਾ ਸੀ ਉਹ ਕਰਨ ਦੀ ਪਿਰਤ ਸੀ। ਪਿੱਤਰ ਕੀ ਛੋਡੀ, ਗੁਰੂ ਕੋ ਸ਼ਬਦ ਲਿਓ। ਮੈਂ ਤਾਂ ਗੁਰੂ ਦਾ ਸ਼ਬਦ ਗ੍ਰਹਿਣ ਕਰ ਲਿਆ ਭਾਈ, ਹੁਣ ਮੈਨੂੰ ਘਰ ਦੇ ਦੇਵਤੇ ਕੀ ਆਂਦੇ ਸਨ ਜਾਂ ਪਿੱਤਰਾਂ ਦੀ ਕੀ ਰੀਤ ਸੀ, ਮੈਂ ਉਹ ਸਭ ਕੁਝ ਛੱਡ ਦਿੱਤਾ। ਮੇਰੇ ਜੀਵਨ ਵਿੱਚ ਗੁਰੂ ਦੇ ਸ਼ਬਦ ਦੀ ਹੀ ਪ੍ਰਧਾਨਤਾ ਹੈ। ਫਿਰ ਫਰਮਾਇਆ ਕਹਿਤ ਕਬੀਰ ਸਗਲ ਪਾਪ ਖੰਡਨ, ਕਿ ਕਬੀਰ ਆਖ ਸਾਰੇ ਪਾਪਾਂ ਦਾ ਖੰਡਨ ਕਰਨ ਵਾਲਾ, ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਜੀਵਨ ਵਿੱਚੋਂ ਸੰਤਾਂ ਲੈ ਉਧਰਿਓ। ਉਹ ਸਤ ਸੰਗਤ ਜਿਹੜੀ ਸਾਰੇ ਪਾਪਾਂ ਦਾ ਨਾਸ਼ ਕਰਦੀ ਹੈ, ਸਤ ਸੰਗਤ ਦੇ ਰਾਹੀਂ ਹੀ ਜੀਵ ਦਾ ਉਧਾਰ ਹੁੰਦਾ ਹੈ। ਮੇਰਾ ਭਲਾ ਵੀ ਇਸ ਤਰ੍ਹਾਂ ਹੀ ਹੋਇਆ ਭਾਈ, ਤੁਹਾਡਾ ਭਲਾ ਵੀ ਇਸੇ ਜੁਗਤ ਨਾਲ ਹੀ ਹੋਏਗਾ। ਸਾਹਿਬ ਕਿਰਪਾ ਕਰਨ, ਮਹਾਰਾਜ ਦਾ ਪਾਵਨ ਸ਼ਬਦ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਵਾਰ